ਫੈਡਰਲ ਰਿਜ਼ਰਵ ਬੋਰਡ ਨੇ 3 ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧਾ ਦਿੱਤਾ ਹੈਗਾ। ਸੋ 0.75 ਇਨਕਰੀਜ਼ ਕੀਤਾ ਗਿਆ ਹੈਗਾ। ਇਹ ਦੂਸਰੀ ਵਾਰੀ ਇੰਨਾ ਵੱਡਾ ਅਮਾਊਂਟ ਜੋ ਆ ਉਹ ਇਨਕਰੀਜ਼ ਕੀਤਾ ਗਿਆ। ਸੋ ਹੋਊਗਾ ਕਿ ਇਹਦੇ ਨਾਲ ਜੋ ਮੌਰਗੇਜ ਆਪਾਂ ਲੈਂਦੇ ਹੈਗੇ ਘਰਾਂ ਤੇ ਲੋਨ, ਉਹਦੇ ਇੰਟਰਸਟ ਰੇਟ ਕਾਫੀ ਵਧੂਗਾ, ਸਟੂਡੈਂਟ ਲੋਨ ਦੇ ਉੱਤੇ ਵਧੂਗਾ, ਕ੍ਰੈਡਿਟ ਕਾਰਡ ਜੋ ਹੈਗੇ ਆ ਉਹਨਾਂ ਦੇ ਉੱਤੇ ਵੀ ਇੰਟਰਸਟ ਰੇਟ ਕਾਫੀ ਵਧੂਗਾ। ਸੋ ਸੈਂਟਰਲ ਬੈਂਕ ਦਾ ਇਹ ਡਿਸੀਜਨ ਜੋ ਇਨਫਲੇਸ਼ਨ 9.1% ਹੈਗੀ ਆ ਉਸ ਨੂੰ ਘਟਾਉਣ ਦੇ ਲਈ ਆ, ਕਿਉਂਕਿ ਅਮਰੀਕਾ ਦੇ ਵਿੱਚ 41 ਸਾਲਾਂ ਬਾਅਦ ਇਦਾਂ ਦੀ ਸਿਚੁਏਸ਼ਨ ਬਣੀ ਆ ਵੀ ਇੰਨੀ ਜ਼ਿਆਦਾ ਇਨਫਲੇਸ਼ਨ ਹੋ ਗਈ, ਇੰਨੀ ਜ਼ਿਆਦਾ ਮਹਿੰਗਾਈ ਹੋ ਗਈ ਹੈਗੀ ਆ। ਸੋ ਇਸ ਨੂੰ ਕੰਟਰੋਲ ਕਰਨ ਦੇ ਲਈ ਫੈਡਰਲ ਰਿਜ਼ਰਵ ਬੋਰਡ ਨੇ ਬਹੁਤ ਹੀ ਸਟ੍ਰਿਕਟ ਐਕਸ਼ਨ ਲਏ ਹੈਗੇ। ਜੀ ਬਿਲਕੁਲ, ਲਗਾਤਾਰ ਮਹਿੰਗਾਈ ਦੇ ਉੱਤੇ ਕਾਬੂ ਪਾਉਣ ਦੇ ਲਈ ਆਈ ਥਿੰਕ ਇਸ ਸਾਲ ਦੇ ਵਿੱਚ ਹਰਜੋਤ ਸਿੰਘ ਜੀ ਤੀਜੀ ਕੁ ਵਾਰੀ ਜਿਹੜੇ ਇਹਨਾਂ ਨੇ ਇਹ ਇੰਟਰਸਟ ਰੇਟ ਆ ਉਹ ਵਧਾਏ ਹੈਗੇ ਆ। ਸੋ ਇਸ ਦਾ ਅਸਰ ਕੀ ਜਿਹੜਾ ਪਊਗਾ ਇਹ ਤਾਂ ਆਉਣ ਵਾਲਾ ਭਵਿੱਖ ਜਿਹੜਾ ਉਹ ਦੱਸੇਗਾ। ਪਰ ਇਹਨਾਂ ਨੇ ਅਜੇ ਇਸ ਸਾਲ ਦੇ ਵਿੱਚ 2 ਵਾਰੀ ਹੋਰ ਇੰਟਰਸਟ ਰੇਟ ਵਧਾਉਣ ਦੀ ਗੱਲ ਜਿਹੜੀ ਉਹ ਆਖੀ ਹੈਗੀ ਆ। ਸੋ ਜਿੰਨੀ ਤੱਤੀ ਇਸ ਟਾਈਮ ਇਨਫਲੇਸ਼ਨ ਮਹਿੰਗਾਈ ਜਿਹੜੀ ਚੱਲ ਰਹੀ ਹੈ ਉਸ ਦੇ ਉੱਤੇ ਕਾਬੂ ਪਾਉਣ ਦੇ ਲਈ, ਉਹਨੂੰ ਕੂਲ ਡਾਊਨ ਕਰਾਉਣ ਦੇ ਲਈ ਇਹ ਕੁਛ ਕਰਨਾ ਪੈਣਾ ਆ। ਕੱਲ ਨੂੰ GDP ਦੇ ਨੰਬਰ ਵੀ ਜਿਹੜੇ ਹਰਜੋਤ ਸਿੰਘ ਜੀ ਆਉਣੇ ਹੈਗੇ ਆ। ਸੋ ਉਸ ਦਾ ਵੀ ਅਸਰ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੇਗਾ। ਪਰ ਓਵਰਆਲ ਜਿਹੜੀ ਮਾਰਕੀਟਸ ਦੇ ਵਿੱਚ ਇਸ ਦੇ ਨਾਲ ਧੜਥੱਲੀ ਜਿਹੜੀ ਉਹ ਜ਼ਰੂਰ ਮਚੇਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਰੀਸੈਂਟਲੀ ਸ਼ਿਕਾਗੋ ਦੇ ਇੱਕ ਸਬਅਰਬਨ ਏਰੀਆ ਦੇ ਵਿੱਚ ਜਿਸ ਬੰਦੇ ਨੇ ਪਰੇਡ ਉੱਥੇ ਜਿਹੜੀ ਚੱਲ ਰਹੀ ਸੀ 4th of July ਦੀ, ਉੱਥੇ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ ਸੀ ਇੰਡੀਪੈਂਡੈਂਸ ਡੇ ਪਰੇਡ ਦੇ ਉੱਤੇ, ਉਸ ਨੂੰ ਹੁਣ ਮਰਡਰ ਦੇ ਲਈ ਇੰਡਾਈਟ ਜਿਹੜਾ ਉਹ ਕਰ ਦਿੱਤਾ ਗਿਆ, ਸਸਪੈਕਟਡ ਮਰਡਰ ਦੇ ਲਈ ਵੀ। ਸੋ ਇਹ ਜਿਹੜੇ ਲੇਟੈਸਟ ਜਿਹੜੇ ਗੱਲ ਆਏ ਆ 21 ਜਿਹੜੇ ਆ ਫਸਟ ਡਿਗਰੀ ਮਰਡਰ ਕਾਊਂਟ ਲਾਏ ਆ, 48 ਜਿਹੜੇ ਆ ਅਟੈਂਪਟਡ ਮਰਡਰ ਕਾਊਂਟ ਤੇ 48 ਐਗਰੀਵੇਟਡ ਬੈਟਰੀ ਦੇ ਜਿਹੜੇ ਉਹ ਇਸ ਦੇ ਉੱਤੇ ਚਾਰਜਸ ਜਿਹੜੇ ਉਹ ਲਾਏ ਗਏ ਆ। 7 ਲੋਕਾਂ ਦੀ ਇਸ ਗੋਲੀ ਕਾਂਡ ਦੇ ਵਿੱਚ ਮੌਤ ਹੋਈ ਸੀ ਤੇ ਇਸ ਨੇ ਛੱਤ ਤੋਂ ਚੜ੍ਹ ਕੇ ਕਿਸੇ ਇੱਕ ਜਿਹੜੀ ਬਿਲਡਿੰਗ ਦੀ ਛੱਤ ਤੋਂ ਚੜ੍ਹ ਕੇ ਇਸ ਜਾਰੀ ਇੰਡੀਪੈਂਡੈਂਸ ਡੇ ਦੀ ਪਰੇਡ ਦੇ ਉੱਤੇ ਗੋਲੀਆਂ ਚਲਾਈਆਂ ਸੀ। 21 ਸਾਲਾਂ ਦੇ ਕ੍ਰੀਮੋ ਨੇ ਜਿਹੜਾ ਇਸ ਦਾ ਨਾਮ ਹੈਗਾ ਆ, ਉਸ ਨੇ 4 ਜੁਲਾਈ ਨੂੰ ਇਸ ਘਟਨਾ ਨੂੰ ਅੰਜਾਮ ਜਿਹੜਾ ਹੋ ਦਿੱਤਾ ਸੀਗਾ। ਫਸਟ ਡਿਗਰੀ ਮਰਡਰ ਚਾਰਜਸ ਇਹ ਇਸ ਲਈ ਲਾਏ ਗਏ ਆ ਕਿਉਂਕਿ ਇਹ ਦਾਵਾ ਆ ਅਧਿਕਾਰੀਆਂ ਦਾ ਵੀ ਕ੍ਰੀਮੋ ਨੇ ਇੰਟੈਂਡ ਮਾਰਨ ਦੀ ਹੀ ਜਿਹੜੇ ਆ ਉਹ ਸੋਚ ਦੇ ਨਾਲ ਇਹ ਗੋਲੀਆਂ ਜਿਹੜੀਆਂ ਚਲਾਈਆਂ ਸੀਗੀਆਂ। ਸੋ ਜਿਹਦੇ ਕਰਕੇ ਆਪਾਂ ਜਿੱਦਾਂ ਦੱਸਿਆ ਵੀ 7 ਮੌਤਾਂ ਜਿਹੜੀਆਂ ਹੋਈਆਂ। ਸੋ ਜਿਹੜੇ ਲੋਕ ਹੋਰ ਫੱਟੜ ਹੋਏ ਆ, ਜਿੰਨੀਆਂ ਵੀ ਗੋਲੀਆਂ ਕਹਿੰਦੇ ਵੀ ਲੱਗੀਆਂ ਆ, ਚਾਹੇ ਕਿਸੇ ਦੇ ਬੁਲਟ ਲੱਗੀ ਹੈ, ਬੁਲਟ ਫਰੈਗਮੈਂਟ ਲੱਗਾ ਆ, ਸ਼ਾਰਪਨਰ ਲੱਗਾ ਆ, ਉਹ ਸਾਰਿਆਂ ਦੇ ਹਿਸਾਬ ਦੇ ਨਾਲ 48 ਅਟੈਂਪਟਡ ਮਰਡਰ ਕਾਊਂਟ ਤੇ 48 ਹੀ ਜਿਹੜੇ ਐਗਰੀਵੇਟਡ ਬੈਟਰੀ ਵਿਦ ਫਾਇਰ ਆਰਮ ਜਿਹੜੇ ਆ ਉਹ ਚਾਰਜਸ ਉੱਤੇ ਲਾਏ ਗਏ, ਇੰਡਾਈਟ ਕਰ ਦਿੱਤਾ ਗਿਆ ਆ। ਜੀ ਬਿਲਕੁਲ, ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਪੁਲਿਸ ਦੇ ਮੁਤਾਬਕ ਕਰੀਮੋ ਨੇ ਕਈ ਰਾਈਫਲਸ ਤੇ ਗਨਸ ਜੂਨ 2020 ਤੇ ਸਤੰਬਰ 2021 ਦੇ ਵਿੱਚ ਖਰੀਦੀਆਂ ਸੀਗੀਆਂ ਤੇ 4 ਵਾਰ ਉਸ ਦਾ ਬੈਕਗਰਾਊਂਡ ਚੈੱਕ ਕਲੀਅਰ ਹੋ ਗਿਆ ਸੀ, ਇਨਕਲੂਡਿੰਗ ਫੈਡਰਲ ਇਨਸਟੈਂਟ ਕ੍ਰਿਮੀਨਲ ਬੈਕਗਰਾਊਂਡ ਚੈੱਕ। ਸੋ ਇਹ ਹੁਣ ਹਿਸਾਬ ਲਾ ਲਓ ਕਿ ਕਿੱਦਾਂ ਹੋਇਆ ਹੈਗਾ। ਅਗਲੀ ਖਬਰ ਵੱਲ ਚਲੀਏ। ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਰਸ਼ੀਆ ਦਾ ਇੱਕ ਆਰਮ ਡੀਲਰ ਆ ਜਿਸ ਨੂੰ ਕਨਵਿਕਟ ਕੀਤਾ ਹੋਇਆ USA ਦੇ ਵਿੱਚ, ਉਹ ਆਫਰ ਕੀਤੀ ਆ ਵੀ ਉਸ ਦੇ ਬਦਲੇ ਇੱਕ ਜਿਹੜੀ ਪਲੇਅਰ ਹੈਗੀ ਆ ਗ੍ਰੀਨਰ ਤੇ ਇੱਕ ਵੀਲਨ, 2 ਜਾਣਿਆਂ ਨੂੰ ਛਡਾਇਆ ਜਾ ਸਕੇ। ਰਸ਼ੀਅਨ ਆਰਮ ਟ੍ਰੈਫਿਕਰ ਜੋ ਆ ਉਹ 25 ਸਾਲਾਂ ਦੀ USA ਦੇ ਵਿੱਚ ਸਜ਼ਾ ਕੱਟ ਰਿਹਾ ਹੈਗਾ। ਸੋ ਉਸ ਦੇ ਬਦਲੇ ਯੂਜ਼ਲੀ ਇਹ ਮੁਲਕ ਆ ਇਹ ਟ੍ਰੇਡ ਨਹੀਂ ਕਰਦੇ ਹੁੰਦੇ, ਪਰ ਕੈਦੀ ਟ੍ਰੇਡ ਕਰਨ ਦੇ ਲਈ ਇਹ, ਕਿਉਂਕਿ ਉਹ ਜੋ ਗ੍ਰੀਨਰ ਆ ਉਸਨੇ ਬਹੁਤ ਰਿਕੁਐਸਟ ਕੀਤੀਆਂ ਸੀਆਂ ਤੇ ਇਸੇ ਤਰ੍ਹਾਂ ਵੀਲਨ, ਦੋਨਾਂ ਨੂੰ ਛਡਾਉਣ ਦੇ ਲਈ ਇਹ ਆਫਰ ਦਿੱਤੀ ਹੈਗੀ ਆ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਨੇ ਅੱਜ ਅਨਾਉਂਸ ਕੀਤਾ ਆ ਕਿ US ਨੇ ਆਲਰੇਡੀ ਇੱਕ ਪ੍ਰਪੋਜ਼ਲ ਆ ਉਹ ਮਾਸਕੋ ਨੂੰ ਸਬਮਿਟ ਕੀਤਾ ਹੈਗਾ, ਕਿਉਂਕਿ ਅਮਰੀਕਾ ਵਾਲੇ ਇਹ ਸੋਚਦੇ ਆ ਵੀਲਨ ਤੇ ਗ੍ਰੀਨਰ ਦੋਨੋਂ ਹੀ ਰੋਂਗਫੁਲੀ ਡਿਟੇਨ ਕੀਤੇ ਹੋਏ ਹੈਗੇ ਆ। ਬਿਲਕੁਲ। ਸੋ ਇਹ ਹੁਣ ਦੇਖੋ ਕੀ ਹੁੰਦਾ, ਪਹਿਲੀ ਵਾਰੀ ਨਹੀਂ ਆ, ਬਹੁਤ ਵਾਰੀ ਜਿਹੜੇ ਮੁਲਕ ਆਪਸ ਦੇ ਵਿੱਚ
ਜਿਨ੍ਹਾਂ ਨੂੰ ਇਹਨਾਂ ਨੇ ਇੱਕ ਦੂਜੇ ਨੂੰ ਗ੍ਰਿਫਤਾਰ ਕਰਕੇ ਰੱਖਿਆ ਹੁੰਦਾ ਆ, ਉਹਨਾਂ ਦਾ ਆਦਾਨ ਪ੍ਰਦਾਨ ਜਿਹੜਾ ਕਹਿ ਲਓ ਵੀ ਕੈਦੀਆਂ ਦਾ ਜਿਹੜਾ ਉਹ ਕਰਦੇ ਆ ਵੀ ਤੁਸੀਂ ਸਾਡੇ ਛੱਡ ਦਿਓ, ਅਸੀਂ ਤੁਹਾਡੇ ਜਿਹੜੇ ਉਹ ਛੱਡ ਦਿਓ। ਇਹ ਬੀਤੇ ਦਿਨਾਂ ਦੇ ਵਿੱਚ ਹੀ ਫਰਵਰੀ ਮਹੀਨੇ ਦੇ ਵਿੱਚ ਹੀ ਤਕਰੀਬਨ ਇਹ ਜਿਹੜੀ ਵੂਮਨ NBA ਦੀ ਜਿਹੜੀ ਸਟਾਰ ਪਲੇਅਰ ਆ ਉਹ ਉਸਨੂੰ ਹਿਰਾਸਤ ਦੇ ਵਿੱਚ ਉੱਥੇ ਲੈ ਲਿਆ ਗਿਆ ਸੀਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਜਿਹੜੇ ਸੈਨੇਟਰ ਮੈਂਚਨ ਹੈਗੇ ਆ, ਉਹਨਾਂ ਨੇ ਅੱਜ ਇਹ ਐਲਾਨ ਕੀਤਾ ਵੀ ਡੈਮੋਕ੍ਰੇਟਸ ਦੇ ਨਾਲ ਉਹਨਾਂ ਦੇ ਆਪਣੇ ਸਾਥੀਆਂ ਦੇ ਨਾਲ ਇਕੋਨਮੀ ਨੂੰ ਲੈ ਕੇ ਤੇ ਕਲਾਈਮੇਟ ਬਿੱਲ ਨੂੰ ਲੈ ਕੇ ਉਹਨਾਂ ਦਾ ਸਮਝੌਤਾ ਜਿਹੜਾ ਉਹ ਹੋ ਗਿਆ ਆ, ਡੀਲ ਜਿਹੜੀ ਉਹਨਾਂ ਦੀ ਬਣ ਚੁੱਕੀ ਆ। ਇਸ ਜਿਹੜੇ ਪਲਾਨ ਦੇ ਤਹਿਤ ਹੈਲਥ ਕੇਅਰ ਕਾਸਟ ਨੂੰ ਘਟਾਉਣ ਦੀ ਕੋਸ਼ਿਸ਼ ਜਿਹੜੀ ਇਸ ਦੇ ਵਿੱਚ ਹੈਗੀ ਆ, ਕਲਾਈਮੇਟ ਚੇਂਜ ਨੂੰ ਕਿੱਦਾਂ ਨਜਿੱਠਣਾ ਆ, ਤੇ ਫੈਡਰਲ ਡੈਫਿਸਿਟ ਜਿਹੜਾ ਲਗਾਤਾਰ ਕਰਜ਼ ਜਿਹੜਾ ਉਹ ਵੱਧ ਰਿਹਾ ਉਸ ਨੂੰ ਕਿੱਦਾਂ ਆ ਉਹ ਅੱਗੇ ਘਟਾਇਆ ਜਾ ਸਕਦਾ ਆ। ਪ੍ਰੈਜ਼ੀਡੈਂਟ ਬਾਈਡਨ ਦੇ ਇਹਨਾਂ ਏਜੰਡੇਜ਼ ਦੇ ਉੱਤੇ ਬੜੇ ਚਿਰ ਤੋਂ ਜਿਹੜੀ ਆ ਉਹ ਕਹਿੰਦੇ ਆ ਵੀ ਬ੍ਰੇਕਾਂ ਲੱਗੀਆਂ ਪਈਆਂ ਸੀ, ਤੇ ਜੋ ਮੈਂਸ਼ਨ ਹੀ ਉਹ ਇੱਕ ਮੁੱਖ ਤੌਰ ਦੇ ਉੱਤੇ ਡੈਮੋਕ੍ਰੇਟ ਪਾਰਟੀ ਵੱਲੋਂ ਦੇਖੇ ਜਾ ਰਹੇ ਸੀ, ਉਹਨਾਂ ਦੀ ਆਪਣੀ ਪਾਰਟੀ ਚੋਂ ਹੀ ਜਿਹੜੇ ਕਿ ਇਹਨਾਂ ਦੇ ਇਕਨੋਮਿਕ ਏਜੰਡੇ ਦੇ ਵਿੱਚ ਉਹਨਾਂ ਦੇ ਹਿਸਾਬ ਦੇ ਨਾਲ ਤਾਂ ਬਾਈਡਨ ਹੋਣੇ ਹਿਸਾਬ ਨਾਲ ਰਾਹ ਦਾ ਰੋੜਾ ਸੀਗਾ, ਪਰ ਇਹ ਵੀ ਚਾਹੁੰਦੇ ਸੀਗੇ ਵੀ ਵਾਧੂ ਦਾ ਖਰਚਾ ਜਿਹੜਾ ਉਹ ਨਾ ਹੋਵੇ। ਇਹ ਨਵਾਂ ਐਗਰੀਮੈਂਟ ਕਹਿੰਦੇ ਆ ਮੈਂਚਨ ਤੇ ਸੈਨੇਟ ਮੈਜੋਰਟੀ ਲੀਡਰ ਸ਼ਿਊਮਰ ਦੇ ਦਰਮਿਆਨ ਜਿਹੜਾ ਉਹ ਹੋਇਆ ਆ, ਤੇ ਕਹਿੰਦੇ ਇਸ ਦੇ ਨਾਲ ਦਰਵਾਜ਼ੇ ਜਿਹੜੇ ਉਹ ਹੁਣ ਖੁੱਲਣਗੇ ਪਾਰਟੀ ਦੇ ਲਾਅ ਮੇਕਰਸ ਦੇ ਲਈ ਵੀ ਇਹਨਾਂ ਮੈਜਰਸ ਨੂੰ ਅੱਗੇ ਜਲਦੀ ਜਿਹੜਾ ਉਹ ਕਿੱਦਾਂ ਲਿਆਂਦਾ ਜਾਵੇ। ਸੋ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਤੇ ਇਨਫੈਕਟ ਡੈਮੋਕ੍ਰੇਟ ਵੀ ਇਹ ਜਿਹੜੇ ਹਰਜੋਤ ਸਿੰਘ ਜੀ ਸੋਚਦੇ ਹੋਣੇ ਆ ਵੀ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਕੁਝ ਤਾਂ ਮੂੰਹ ਜਿਹੜਾ ਆਪਾਂ ਆਪਣੇ ਵੋਟਰਾਂ ਨੂੰ ਜਿਹੜਾ ਉਹ ਦਿਖਾਉਣਾ ਆ। ਸੋ ਉਸੇ ਦੇ ਤਹਿਤ ਤੇਜ਼ੀ ਦੇ ਨਾਲ ਇਹਨਾਂ ਦੇ ਨਾਲ ਤੇਜ਼ੀ ਦੇ ਨਾਲ ਤਾਂ ਨਹੀਂ, ਲੰਮੇ ਚਿਰ ਤੋਂ ਜਿਹੜੇ ਫਸਿਆ ਹੋਇਆ ਕੰਮ ਆ ਉਸ ਨੂੰ ਸਮਝੌਤੇ ਦੇ ਰੂਪ ਦੇ ਵਿੱਚ ਉਹ ਲਿਆਂਦਾ ਗਿਆ ਆ। ਸੋ ਕਹਿੰਦੇ ਵੀ ਇਸ ਪੈਕੇਜ ਦੇ ਲਈ ਪੇ ਕਰਨ ਦੇ ਲਈ ਮੈਂਚਨ ਤੇ ਸ਼ੂਮਰ ਆ, ਇਹਨਾਂ ਦੋਨਾਂ ਨੇ ਇਸ ਚੀਜ਼ ਦੇ ਉੱਤੇ ਸਮਝੌਤਾ ਕੀਤਾ ਆ। ਟੈਕਸ ਲਾ ਦੇ ਵਿੱਚ ਜਿਹੜੀਆਂ ਚੇਂਜਸ ਲਿਆਂਦੀਆਂ ਜਾਣਗੀਆਂ ਆਉਣ ਵਾਲੇ ਇੱਕ ਦਹਾਕੇ ਦੇ ਵਿੱਚ, ਜਿਸ ਦੇ ਨਾਲ $739 ਬਿਲੀਅਨ ਜਿਹੜੇ ਆ ਉਹ ਵੱਧ ਟੈਕਸ ਦੇ ਵਿੱਚ ਲਏ ਜਾਣਗੇ, ਜਿਹੜੇ ਕਿ ਇਸ ਦੀ ਕੀਮਤ ਆਉਣੀ ਆ ਇਹਨਾਂ ਪ੍ਰੋਗਰਾਮਸ ਦੀ, ਜਿਸ ਦੇ ਵਿੱਚ ਹੈਲਥ ਕੇਅਰ ਕਾਸਟ ਸਾਰਿਆਂ ਦੀ ਘਟੇ, ਕਲਾਈਮੇਟ ਚੇਂਜ ਦੇ ਲਈ ਤੇ ਫੈਡਰਲ ਡੈਫਿਸਿਟ ਘਟਾਉਣ ਦੇ ਲਈ ਉਹ ਟੈਕਸ ਦੇ ਜ਼ਰੀਏ ਜਿਹੜਾ ਆ ਇਸ ਦਾ ਖਰਚਾ ਆ ਉਹ ਪੂਰਾ ਕੀਤਾ ਜਾਊਗਾ। ਸੋ ਕਹਿੰਦੇ ਵੀ ਇਦਾਂ ਹੋਣ ਦੇ ਨਾਲ $300 ਬਿਲੀਅਨ ਦਾ ਜਿਹੜਾ ਕਰਜ਼ਾ ਆ, ਡੈਫਿਸਿਟ ਆ ਜਿਹੜਾ ਖਰਚਾ ਕਰਨ ਦੇ ਵਿੱਚ ਤੇ ਜਿਹੜੀ ਕਮਾਈ ਹੁੰਦੀ ਆ ਉਹ ਜਿਹੜਾ ਉਹ ਘਟੇਗਾ। ਸੋ ਮੈਂਸ਼ਨ ਹੋਣਾ ਦੀ ਕਹਿੰਦੇ ਵੀ ਇਹ ਇੱਕ ਵੱਡੀ ਪ੍ਰਾਇੋਰਟੀ ਸੀਗੀ। ਸੋ ਇਸ ਸਮਝੌਤੇ ਦੇ ਵਿੱਚ ਇਹ ਚੀਜ਼ ਹੋਊਗੀ। ਹੁਣ ਇਹ ਕਦੋਂ ਅੱਗੇ ਬਣਦਾ ਆ ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਬਿਲਡ ਬੈਕ ਬੈਟਰ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਏਜੰਡਾ ਸੀਗਾ ਉਹ ਤਾਂ ਕਹਿੰਦੇ ਡੈਡ ਆ, ਪਰ ਉਸ ਦੀ ਥਾਂ ਤੇ ਕਹਿੰਦੇ ਵੀ ਆਪਾਂ ਨੂੰ ਇੱਕ ਨਵੀਂ ਓਪਰਚੁਨਿਟੀ, ਨਵਾਂ ਮੌਕਾ ਮਿਲਿਆ ਜਿਸ ਦੇ ਨਾਲ ਮੁਲਕ ਨੂੰ ਆਪਾਂ ਹੋਰ ਤਗੜਾ ਜਿਹੜਾ ਉਹ ਕਰ ਸਕਦੇ ਹਾਂ ਤੇ ਸਾਰੇ ਅਮਰੀਕਨਸ ਨੂੰ ਇਕੱਠਿਆਂ ਲਿਆ ਸਕਦੇ ਹਾਂ। ਇਹ ਮੈਂਸ਼ਨ ਹੋਣਾ ਨੇ ਜਿਹੜਾ ਉਹ ਬਿਆਨ ਵਿੱਚ ਦਿੱਤਾ। ਸਵੇਰੇ ਵੀ ਆਪਾਂ ਕਵਰ ਕੀਤਾ ਸੀ, ਸੈਨੇਟ ਨੇ $280 ਬਿਲੀਅਨ ਦਾ ਇੰਡਸਟਰੀਅਲ ਪਾਲਿਸੀ ਬਿੱਲ ਚਾਈਨਾ ਨੂੰ ਕਾਊਂਟਰ ਕੀਤਾ ਜਾ ਸਕੇ ਉਸ ਦੇ ਸੰਬੰਧ ਦੇ ਵਿੱਚ ਪਾਸ ਕਰ ਦਿੱਤਾ ਹੈਗਾ। ਇੰਟਲ ਦੇ CEO ਕਹਿੰਦੇ ਆ ਵੀ ਸੈਮੀਕੰਡਕਟਰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਇਹਨਾਂ ਦੀ એનર્ਜੀ ਨੂੰ ਲੈ ਕੇ, ਤੇ ਸੈਨੇਟ ਨੇ ਬਹੁਤ ਲੰਮੇ ਸਮੇਂ ਤੋਂ ਇਹ ਅਵੇਟ ਕੀਤੀ, ਇਹਦੀ ਜਿਹੜੀ ਆ ਕੋਸ਼ਿਸ਼ ਜਾਰੀ ਸੀ ਇਸ ਬਿੱਲ ਨੂੰ ਪਾਸ ਕਰਨ ਦੀ। US ਸੈਮੀਕੰਡਕਟਰ ਪ੍ਰੋਡਕਸ਼ਨ ਬਿੱਲ ਜਿਹੜਾ ਕਿ ਪਾਸ ਹੋ ਗਿਆ ਅੱਜ। 64 ਉਹਦੇ ਹੱਕ ਦੇ ਵਿੱਚ ਗਏ ਆ, 33 ਉਸ ਦੇ ਅਗੇਂਸਟ ਗਏ ਹੈਗੇ ਆ। ਸੋ ਕਾਫੀ ਰਿਪਬਲਿਕਨਸ ਨੇ ਇਸ ਦਾ ਸਾਥ ਦਿੱਤਾ ਹੈਗਾ ਆ। ਸੋ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਨੇ ਇਸ ਬਿੱਲ ਦੀ ਜਿਹੜੀ ਆ ਪ੍ਰੇਜ਼ ਕੀਤੀ ਹੈਗੀ ਆ ਵੀ ਇਹਦੇ ਨਾਲ ਆਪਾਂ ਚਾਈਨਾ ਨੂੰ ਪੂਰੀ ਟੱਕਰ ਦੇ ਸਕਦੇ ਹੈਗੇ।